सतनाम वाहिगुरु साहिब जीओ। तैंदी बंदिश में कोई ना डिठा, तू नानक मन भाना। घोल कमाई तिस मित्र विचोली, जय मिल कंत पछाणा। घोल कमाई तिस मित्र विचोली, जय मिल कंत पछाणा। डंडाउत बंधन अनक बार, सर्व कला समरथ। डोलन ते राखो प्रभु, नानक दी कर हथ। डोलन ते राखो प्रभु, नानक दी कर हथ। वाहिगुरु जी का खालसा, वाहिगुरु जी की फतेह। लंबे समय तो इतिहासक पन्नियां ते उकरे अखरां नूं घोखदियां आपां सिੱਖੀ दे उस पेंडे उस राह दी लगातार विचार करते आ रहे हां, ਜਿਹੜੇ पेंडे नूं दुखां सुखां दियां ਅਤੇ कुर्बानियां दियां ਜਾਂ होर अनेकां तरह दीयां तकलीफां झੱਲदिਆਂ इथों तक दा सफर तय कीता है। राज भाग नूं माणिया, पर ਉਹ दिन भी आए जिस दिन एक एक पन्ना सानू बड़ियां ऊंचियां बुलंदियां तक पहुंचाउंदा सी, पर समय दी करवट ने ਉਹ दिन भी दिखाए जिस दिन एक एक पन्ना सानू निवाण वाले पासे नूं लेके जांदा रहा। आखिरकार इतिहासक पन्नियां दे उत्ते ਉਹ एक काला दिन भी लिखिया गया जिस दिन 29 मार्च 1849 नूं अंग्रेज सरकार ने अपने मनसूबियां दी पूर्णता कर लई। दूजे शब्दां विच कह लईए, पंजाब दी धरती उत्ते पूर्ण तौर ते उन्हां ने अपनी जित दा निशान चुला दिता। सारा इतिहास असीं हौली हौली वाचदे हां, चंगी तरह वेखिया विचारिया, पर हुण अज एक दूजे पक्ष दी विचार करनी है। सिख राज का थोड़ा बहुत लेखा जोखा कर लईए, फिर उस तो अगलेरी विचार वल तुरांगे। गुरमत ने एक बड़ी वड्डी सानू वक्री दृष्टि दिती सी। अपने जीवन काल अंदर जे किसी ने जीवन सवारना होवे तो बहुत जरूरी है, अंदरों जिनका मोह टुटा तिनका शब्द सच्चे सवारिया। कहे नानक यह आनंद है, आनंद गुरु ते जाने। जिन्ना चिर अंदरों मोह नहीं टुटदा, उन्ना चिर मनुख अपने जीवन की कदे चंगी भावना पैदा नहीं कर सकता। एक गल होर बेनती करनी चाहुंदा, असीं एक गल्लों बड़े सुभागे भी हां, पर एक गल्लों ही बड़े दुर्भागे भी हां। सुभागे इस लई हां, किसी भी दुनिया विच मुर्शिद नूं, किसी भी दुनिया विच गुरु नूं इतना समा अपने सिखां दे नाल, अपने श्रद्धालु मुरीदां दे नाल रहण दा नहीं मिलिया जितना लंबा समा गुरदेव ने साडे नाल गुजारिया सी। कोई हफ्ते दा, साल दा, महीने दा कोर्स नहीं सी। 239 साल दा समा ला के हर जिंदगी दी घनेरी कोठड़ी विचों कढ के, हर जिंदगी दी मुश्किल विचों गुरु ने साडी बांह पकड़ के सानू बड़े उजले भविख चिट्टे चानण वांगू
ਤੇ ਇਸ ਦੁਨੀਆ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਜੋੜ ਕੇ ਸਪਸ਼ਟ ਕੀਤਾ ਸੀ, ਗੁਰਬਾਣੀ ਇਸ ਜੱਗ ਮੈਂ ਚਾਨਣ, ਇਹਦੇ ਚਾਨਣ ਵਿੱਚ ਜਿਤਨੇ ਕਦਮ ਰੱਖਦੇ ਜਾਵੋਗੇ ਉਹ ਤੁਹਾਡੀ ਸਫਲਤਾ ਤੁਹਾਡੇ ਕਦਮਾਂ ਨੂੰ ਚੁੰਮਦੀ ਚਲੀ ਜਾਵੇਗੀ। ਇਸ ਲਈ ਅਸੀਂ ਸੁਭਾਗੇ ਹਾਂ ਵੀ ਸਾਨੂੰ ਬਹੁਤ ਲੰਮਾ ਸਮਾਂ ਗੁਰੂ ਨੇ ਸਰੀਰਕ ਜਾਮੇ ਵਿੱਚ ਰਹਿ ਕੇ ਜ਼ਿੰਦਗੀ ਦੇ ਹਰ ਖੇਤਰ ਨੂੰ ਚਾਨਣ ਵਿੱਚ ਪਾ ਕੇ ਹਰ ਇੱਕ ਪੱਖ ਤੋਂ ਸਾਨੂੰ ਵਾਕਫ ਕਰਵਾਇਆ ਸੀ। ਪਰ ਨਾਲ ਹੀ ਦੁਰਭਾਗੇ ਇਸ ਗੱਲੋਂ ਹਾਂ ਕਿਉਂਕਿ ਜਿਤਨੀ ਅਗਵਾਈ ਸਾਨੂੰ ਗੁਰਦੇਵ ਦੀ ਬਾਣੀ ਤੋਂ, ਗੁਰਦੇਵ ਦੇ ਇਤਿਹਾਸ ਤੋਂ ਲੈਣੀ ਚਾਹੀਦੀ ਸੀ, ਉਤਨਾ ਹੀ ਸਾਡਾ ਪੱਖ ਇਹ ਕਮਜ਼ੋਰ ਹੈ। ਅਸੀਂ ਇਤਨੀ ਵਾਰੀ ਚੁਣਨ ਦੇ ਬਾਵਜੂਦ ਵੀ ਅਸੀਂ ਜਦੋਂ ਵੀ ਕਦੇ ਗਲਤੀ ਕੀਤੀ ਹੈ ਤਾਂ ਕੇਵਲ ਇੱਕ ਲੀਡਰ ਦੇ ਪੱਖੋਂ ਗਲਤੀ ਕੀਤੀ ਹੈ। ਅਸੀਂ ਜਦੋਂ ਵੀ ਮਰੇ ਤੇ ਅਸੀਂ ਇਸੇ ਗੱਲੋਂ ਮਰੇ, ਅਸੀਂ ਇਹ ਗੱਲ ਦੀ ਚੋਣ ਨਹੀਂ ਕਰ ਸਕੇ, ਜਿਹਦੇ ਵਿੱਚੋਂ ਇੱਕ ਔਗਣ ਬਹੁਤ ਵੱਡਾ ਸਾਡੇ ਸਾਹਮਣੇ ਆਉਂਦਾ ਹੈ। ਪਿਛਲੇ ਸਮੇਂ ਤੋਂ ਅਜੋਕੇ ਸਮੇਂ ਦਾ ਇਤਿਹਾਸ ਸਾਨੂੰ ਇਹੋ ਜਿਹੇ ਵਾਕਿਆਂ ਦੇ ਦਰਸ਼ਨ ਕਰਵਾਉਂਦਾ ਹੈ ਜਿੱਥੇ ਆਪਾਂ ਦੇਖਦੇ ਹਾਂ ਹਰੇਕ ਰਾਜਨੀਤਿਕ ਲੀਡਰ ਜਿਹੜਾ ਸਾਡਾ ਉਹ ਆਪਣੇ ਪੁੱਤਰੀ ਮੋਹ ਵਿੱਚ ਫਸ ਕੇ ਕੌਮ ਦੀ ਤਰੱਕੀ ਦੇ ਜਾਂ ਇਨਸਾਨੀਅਤ ਦੇ ਭਲੇ ਕੰਮ ਜਾਂ ਉਸ ਗੁਰਮਤਿ ਦੀ ਕਸਵੱਟੀ ਤੇ ਉਤਰਨ ਵਾਲਾ ਜੀਵਨ ਛੱਡ ਕੇ ਇੱਕ ਪਾਪਾਂ ਦੇ ਰਾਹ ਤੁਰਿਆ ਹੋਇਆ ਰਸਤਾ ਸਾਨੂੰ ਨਜ਼ਰ ਆਉਂਦਾ ਹੈ। ਪੁੱਤਰੀ ਮੋਹ ਵਿੱਚ ਫਸ ਕੇ ਅਸੀਂ ਆਪਣੇ ਜੀਵਨ ਦੀ ਉਸ ਸੱਚ ਕਸਵੱਟੀ ਨੂੰ ਭੁੱਲ ਗਏ। ਕਦੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਲਾਮੇ ਰੱਖ ਕੇ ਯੋਗਤਾ ਨੂੰ ਪਰਖ ਕੇ ਗੁਰਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਦਿੱਤੀ ਸੀ। ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰਾਂ ਨੂੰ ਵੀ ਉਹਨਾਂ ਨੇ ਕਿਨਾਰੇ ਕਰਕੇ ਤੇ ਗੁਰਗੱਦੀ ਦਾ ਹੱਕਦਾਰ ਬਣਾ ਦਿੱਤਾ ਸੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ। ਗੁਰੂ ਅਮਰਦਾਸ ਜੀ ਦੀ ਵਡੇਰੀ ਉਮਰ ਨੇ ਆਪਣੇ ਪੁੱਤਰਾਂ ਦੇ ਹਾਲ ਵੇਖ ਕੇ ਇਹ ਨਹੀਂ ਮਨ ਵਿੱਚ ਵਿਚਾਰ ਬਣਾਈ ਭਈ ਮੈਂ ਇਹਨਾਂ ਦੇ ਮੋਹ ਵਿੱਚ ਫਸ ਕੇ ਤੇ ਇਤਨੀ ਲੰਮੀ ਕਮਾਈ, ਇਤਨੀ ਉੱਚੀ ਪਦਵੀ, ਇਤਨਾ ਸੁੱਖ ਇਤਨਾ ਰਹਿਣ ਸਹਿਣ ਅੱਛਾ ਮੈਂ ਆਪਣੇ ਪੁੱਤਰਾਂ ਦੀ ਝੋਲੀ ਪਾ ਜਾ। ਉਹਨਾਂ ਨੇ ਇੱਕ ਅਨਾਥ ਹੋ ਕੇ ਆਏ ਇਸ ਘਰ ਵਿੱਚ ਬਾਬੇ ਜੇਠੇ ਨੂੰ, ਜਿਹਨੂੰ ਆਪਣਾ ਜਵਾਈ ਕਬੂਲ ਕਰਕੇ ਆਖਰਕਾਰ ਇੱਕ ਦਿਨ ਉਹਨਾਂ ਨੂੰ ਇਹ ਤਖਤ ਤੇ ਬਿਠਾ ਦਿੱਤਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਗੇ ਘਰ ਪਰਿਵਾਰ ਵਿੱਚੋਂ ਹੀ ਛੋਟੀਆਂ ਦੀ ਪੀੜ੍ਹੀ ਚੱਲ ਪਈ, ਯੋਗਤਾ ਮਿਲਦੀ ਗਈ ਤੇ ਗੁਰਗੱਦੀ ਦੇ ਤਖਤ ਨਸੀਬ ਹੁੰਦੇ ਚਲੇ ਗਏ। ਹੈਰਾਨੀ ਦੀ ਗੱਲ ਹੈ, ਇਤਨਾ ਕੁਝ ਦੇਖਣ ਦੇ ਬਾਵਜੂਦ ਵੀ ਜਦੋਂ ਸਾਡੇ ਕੋਲ ਰਾਜ ਭਾਗ ਆਇਆ, ਅਸੀਂ ਉਹੀਓ ਗੁਰਮਤਿ ਦੀ ਦ੍ਰਿਸ਼ਟੀ, ਅਸੀਂ ਉਹੀਓ ਗੁਰਮਤਿ ਦਾ ਨੁਕਤਾ, ਅਸੀਂ ਉਹੀਓ ਗੁਰਮਤਿ ਦੀ ਪਾਵਨ ਪਵਿੱਤਰ ਭਾਵਨਾ ਉਹਨੂੰ ਕਿਤੇ ਜ਼ਿਆਦਾ ਕਿਨਾਰੇ ਕਰਕੇ ਇੱਕ ਪੁੱਤਰੀ ਮੋਹ ਨੂੰ ਪਾਲ ਕੇ ਇਹ ਗੱਲ ਮੰਨਣੀ ਪਵੇਗੀ, ਭਾਵੇਂ ਅਸੀਂ ਆਪਣੇ ਆਪ ਦੇ ਇਤਿਹਾਸ ਦੇ ਪਰਦੇ ਪਾਈ ਜਾਈਏ। ਪਰ ਚੇਤਾ ਰੱਖਿਓ ਜੇ, ਇੱਕ ਮੈਂ ਇੱਥੇ ਤੁਹਾਨੂੰ ਛੋਟੀ ਜਿਹੀ ਇੱਕ ਬੇਨਤੀ ਹੋਰ ਕਰਾਂ। ਅਕਸਰ ਆਪਾਂ ਬਹੁਤ ਵਾਰੀ ਵਿਚਾਰਦੇ ਪੜ੍ਹਦੇ ਹੁੰਦੇ ਹਾਂ ਕਰਮ ਸਿੰਘ ਹਿਸਟੋਰੀਅਨ ਦੀ ਗੱਲ, ਵੀ ਜਦੋਂ ਕਦੇ ਅਣਜਾਣ ਬੱਚਿਆਂ ਨੇ ਧਰਤੀ ਤੇ ਲਕੀਰਾਂ ਵਾਹ ਕੇ ਆਪਣੇ ਨਾਲ ਦੇ ਬੱਚਿਆਂ ਨੂੰ ਆਖਿਆ ਦੇਖੋ ਮੈਂ ਕਿੰਨਾ ਸੋਹਣਾ ਮੋਰ ਬਣਾਇਆ। ਬਣਾਉਣ ਵਾਲੇ ਵੀ ਅਣਜਾਣ ਸਨ, ਦੇਖਣ ਵਾਲੇ ਵੀ ਅਣਜਾਣ ਸਨ, ਉਹਨਾਂ ਨੇ ਵਾਹ ਕਰ ਦਿੱਤੀ। ਦੂਜੀ ਉਦਾਹਰਨ ਉਹਨਾਂ ਦਿੱਤੀ, ਕਹਿਣ ਲੱਗੇ ਇੱਕ ਨਗਰ ਦੇ ਵਿੱਚ ਆਮ ਕਰਕੇ ਬੀਬੀਆਂ ਉਦੋਂ ਕੰਧਾਂ ਤੇ ਡਿਜ਼ਾਈਨ ਆਪ ਬਣਾ ਲੈਂਦੀਆਂ ਸਨ। ਉਹਨਾਂ ਨੇ ਕੁਝ ਮੋਰ ਵਾਹੇ ਤੇ ਇਹ ਬੱਚਿਆਂ ਨਾਲੋਂ ਕੁਝ ਚੱਜੇ ਸਨ, ਪਰ ਇਹ ਵਾਹੁਣ ਵਾਲੇ ਫਿਰ ਵੀ ਬੀਬੀਆਂ ਸਨ, ਆਪਣੇ ਘਰੋਗੀ ਜੀਵਨ ਵਿੱਚ ਗੁਜ਼ਾਰਨ ਵਾਲੀਆਂ, ਤੇ ਵੇਖਣ ਵਾਲੀਆਂ ਵੀ ਉਹ ਬੀਬੀਆਂ ਸਨ। ਉਹਨਾਂ ਨੇ ਵੀ ਵਾਹਵਾ ਕਰ ਦਿੱਤੀ ਤੇ ਫਿਰ ਵੀ ਭਰੋਸਾ ਹੋ ਗਿਆ ਸ਼ਾਇਦ ਅਸੀਂ ਬਹੁਤ ਅੱਛੇ ਮੋਰ ਬਣਾਉਣ ਲੱਗ ਪਏ। ਪਰ ਜਦੋਂ ਕਦੇ ਇੱਕ ਤੀਜੇ ਸਿਆਣੇ ਕਾਰੀਗਰ ਨੇ ਮੋਰ ਬਣਾਇਆ ਤਾਂ ਉਹਨੇ ਮੋਰ ਬਣਾ ਕੇ ਉਹਨੇ ਘਰ ਦੇ ਬੰਦਿਆਂ ਨੂੰ ਨਹੀਂ, ਉਹਨੇ ਆਪਣੇ ਚੁਗਿਰਦੇ ਨੂੰ ਨਹੀਂ, ਉਹਨੇ ਅਣਜਾਣ ਬੰਦਿਆਂ ਨੂੰ ਨਹੀਂ, ਉਹਨੇ ਸੰਸਾਰ ਦੇ ਤਖਤੇ ਤੇ ਰੱਖ ਦਿੱਤਾ। ਮੈਂ ਮੋਰ ਬਣਾਇਆ ਤੇ ਮੇਰੇ ਇਸ ਮੋਰ ਨੂੰ ਵੇਖੋ। ਖਿਆਲ ਕਰਿਓ ਜੇ ਜਦੋਂ ਕੋਈ ਮੋਰ ਬਣਾ ਕੇ ਸੰਸਾਰ ਦੇ ਤਖਤੇ ਤੇ ਰੱਖੀਏ ਵੀ ਇਹਨੂੰ ਵੇਖੋ, ਤੇ ਵੇਖਣ ਵਾਲੇ ਆਪਣੇ ਨਹੀਂ ਬਲਕਿ ਬੇਗਾਨੇ ਵੀ ਹੁੰਦੇ ਨੇ।
ਵੇਖਣ ਵਾਲੇ ਚੁਗਿਰਦੇ ਵਿੱਚੋਂ ਨਹੀਂ ਬਲਕਿ ਬੜੀ ਦੂਰੋਂ ਆਏ ਹੁੰਦੇ ਨੇ। ਵੇਖਣ ਵਾਲਿਆਂ ਦੀਆਂ ਦਾਨੀਆਂ ਅੱਖਾਂ ਹੁੰਦੀਆਂ ਨੇ। ਜਦੋਂ ਉਦੋਂ ਵੇਖਾਂਗੇ ਉਦੋਂ ਕੋਈ ਸਾਡੇ ਮੋਰ ਨੂੰ ਕਵੇ ਵੀ ਠੀਕ ਹੈ ਇਹ ਮੋਰ ਬਹੁਤ ਅੱਛਾ ਬਣਿਆ, ਤੇ ਕਮਾਈ ਉਦੋਂ ਲੇਖੇ ਪੈਂਦੀ ਹੈ। ਇਤਿਹਾਸ ਨੂੰ ਆਪਣੀ ਮਰਜ਼ੀ ਨਾਲ ਘੁਮਾਈ ਜਾਈਏ, ਆਪਣੇ ਚੁਗਿਰਦੇ ਵਿੱਚ ਘੁਮਾਈ ਜਾਈਏ, ਅਣਜਾਣ ਲੋਕ ਸੁਣਨ ਵਾਲੇ ਵਾਹਵਾ ਕਰ ਦੇਣਗੇ। ਪਰ ਜਦੋਂ ਕਦੇ ਇਤਿਹਾਸ ਨੂੰ ਸੰਸਾਰ ਦੇ ਪੱਧਰ ਤੇ ਖੜਾ ਕਰੀਏ ਤਾਂ ਜਿਹੜੀਆਂ ਕਮਜ਼ੋਰੀਆਂ ਨੇ ਦੂਜਿਆਂ ਨੇ ਕੱਢਣੀਆਂ ਨੇ, ਉਹਨੂੰ ਕਦੇ ਕਦਾਈ ਸਾਨੂੰ ਆਪਣੀ ਅੱਖ ਨਾਲ ਵੀ ਵੇਖ ਲੈਣਾ ਚਾਹੀਦਾ। ਮੇਰੇ ਖਿਆਲ ਅਨੁਸਾਰ ਜੇ ਆਪਾਂ ਆਪਣੀ ਵੀ ਅੱਖ ਨਾਲ ਵੇਖ ਕੇ ਤੁਰਾਂਗੇ ਤਾਂ ਸਾਡੀ ਇਹ ਦਾਨੀ ਸੋਚ ਹੋਵੇਗੀ, ਸਾਡੀ ਇਹ ਸੁਗੜ ਸੋਚ ਹੋਵੇਗੀ, ਸਾਡੀ ਇਹ ਸੌੜੀ ਸੋਚ ਨਹੀਂ ਹੋਵੇਗੀ। ਇਸ ਲਈ ਪਿਆਰਿਓ, ਦਾਸ ਇੱਕ ਬੇਨਤੀ ਕਰਨ ਲੱਗਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਇਸ ਪੁੱਤਰੀ ਮੋਹ ਨੇ ਆਪਣਾ ਪਰਦਾ ਨਹੀਂ ਉਤਾਰਿਆ, ਬਲਕਿ ਅਸੀਂ ਇਸੇ ਦੀ ਕਸਵੱਟੀ ਦੇ ਪੂਰੇ ਨਹੀਂ ਉਤਰ ਸਕੇ, ਜਿਸ ਦਾ ਕਾਰਨ ਕੀ ਬਣਿਆ, ਪੁੱਤਰੀ ਮੋਹ ਨੇ ਵੀ ਸਾਡੇ ਇਸ ਰਾਜ ਭਾਗ ਨੂੰ ਬਰਬਾਦ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਕਿੰਨਾ ਚੰਗਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਅਗਰ ਪਰਖ ਕੇ ਤੁਰਦੇ। ਚਲੋ ਸਮੇਂ ਨੇ ਕਰਵਟ ਖਾਧੀ, ਖੜਕ ਸਿੰਘ ਨੇ ਆਪਣੇ ਪੁੱਤਰ ਨੂੰ ਮਿਲਣ ਦੀ ਤਮੰਨਾ ਰੱਖੀ। ਕਿੰਨਾ ਚੰਗਾ ਹੁੰਦਾ ਜੇ ਕਿਤੇ ਦਾਨੇ ਬੋਲੇ ਹੁੰਦੇ। ਚੇਤ ਸਿੰਘ ਬਾਜਵਾ ਦਾ ਪਹਿਲਾ ਕਤਲ ਹੈ, ਉਸ ਤੋਂ ਅੱਗੇ ਕਤਲਾਂ ਦੀ ਲੜੀ ਲੱਗ ਜਾਂਦੀ ਹੈ। ਫਿਰ ਇਸ ਤੋਂ ਅੱਗੇ ਚੱਲੀਏ, ਕੰਵਰ ਨੌ ਨਿਹਾਲ ਸਿੰਘ ਨੂੰ ਬੁਲਾਇਆ ਗਿਆ, ਉਹਦੇ ਸਾਹਮਣੇ ਪਿਤਾ ਨੂੰ ਕੈਦੀ ਬਣਾਇਆ ਗਿਆ। ਕੈਦ ਵਿੱਚ ਪਿਤਾ ਤਰਸਦਾ ਮਰ ਗਿਆ। ਕਿੱਡੀ ਕੁ ਵੱਡੀ ਬਾਤ ਸੀ। ਕਿੰਨਾ ਚੰਗਾ ਹੁੰਦਾ ਜੇ ਕਿਤੇ ਜਾ ਕੇ ਉੱਥੇ ਆਪਣੇ ਪਿਤਾ ਦੇ ਨਾਲ ਮਿਲ ਲੈਂਦੇ। ਪਰ ਨਹੀਂ ਪਿਆਰਿਓ, ਜਿਹੜੀ ਬੇਨਤੀ ਕਰ ਰਿਹਾ ਸਾਂ ਉਹਦੇ ਵੱਲ ਹੀ ਰਹੀਏ। ਇਹ ਪੱਖ ਅੱਗੇ ਜਾ ਕੇ ਵਿਚਾਰਾਂਗੇ। ਇਹ ਤੇ ਤਮੰਨਾ ਹੈ ਰਾਜ ਤਖਤ ਤੇ ਮੇਰਾ ਆਪਣਾ ਬੈਠੇ, ਪਰ ਇਹ ਤਮੰਨਾ ਨਹੀਂ ਹੈ ਭਈ ਇੰਨੀ ਸੋਹਣੀ ਸੋਚ ਵਾਲਾ ਬੈਠੇ ਜਿਹੜਾ ਇੱਕ ਦੂਜੇ ਨੂੰ ਨਾਲ ਲੈ ਕੇ ਸੋਚ ਵਿਚਾਰ ਕੇ ਇਸ ਰਾਜ ਪੱਧਰ ਦੇ ਕੰਮ ਨੂੰ ਚਲਾ ਸਕੇ। ਨਹੀਂ, ਉਸ ਤੋਂ ਅੱਗੇ ਵੀ ਜਿਹੜੇ ਰਾਜ ਭਾਗ ਦੀਆਂ ਗੱਲਾਂ ਆਈਆਂ ਉਹ ਕਰੀਬ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚੋਂ ਹੀ ਇਸ ਰਾਜ ਨੇ ਸ਼ੁਰੂਆਤ ਕੀਤੀ, ਤੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚ ਹੀ ਰਹਿੰਦਿਆਂ ਇਸ ਰਾਜ ਨੇ ਅੰਤ ਪਾਇਆ। ਹਾਲਾਂਕਿ ਅਸੀਂ ਕਈ ਵਾਰੀ ਇਹੋ ਜਿਹੀਆਂ ਘਾਟਾਂ ਵੀ ਕਰ ਲਈਆਂ, ਪਰ ਜਿਨ੍ਹਾਂ ਕੋਲ ਕੋਹੇ ਨੂੰ ਹੀਰਾ ਰਿਹਾ ਸੀ ਉਹਨਾਂ ਸਾਰਿਆਂ ਦੀ ਬਰਬਾਦੀ ਹੋਈ। ਬਿਲਕੁਲ ਇਹ ਸਾਡੀ ਮਿੱਥ ਹੈ। ਸਾਨੂੰ ਆਪਣੀਆਂ ਕਮਜ਼ੋਰੀਆਂ ਤੇ ਝਾਤ ਮਾਰਨੀ ਚਾਹੀਦੀ ਹੈ। ਤਾਂ ਪਹਿਲਾ ਨੁਕਤਾ ਆਪ ਜੀ ਨਾਲ ਸਾਂਝਾ ਕਰ ਰਿਹਾ ਸਾਂ। ਸਾਡੀ ਕਮਜ਼ੋਰੀ ਰਹੀ ਹੈ, ਅਸੀਂ ਪੁੱਤਰੀ ਮੋਹ ਤੋਂ ਉੱਚੇ ਨਹੀਂ ਉੱਠ ਸਕੇ। ਦੂਜੀ ਕਮਜ਼ੋਰੀ, ਅਸੀਂ ਪਹਿਚਾਣ ਵਿੱਚ ਬੜੀ ਕਮਜ਼ੋਰੀ ਰੱਖੀ ਹੈ। ਪਹਿਚਾਣ ਨਹੀਂ ਕਰ ਸਕੇ। ਆਪਣਿਆਂ ਨੂੰ ਆਪਣਿਆਂ ਦੇ ਹੱਥੋਂ ਹੀ ਕਤਲ ਕਰਵਾਉਂਦੇ ਰਹੇ, ਔਰ ਜਿਹੜੇ ਲੋਕ ਕਤਲ ਕਰਨ ਵਾਲੇ ਸਨ, ਜਿਨ੍ਹਾਂ ਨੂੰ ਅਸਲ ਵਿੱਚ ਕਤਲ ਕਰਨਾ ਚਾਹੀਦਾ ਸੀ, ਜਿਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਆਪਣੀ ਤੇਗ ਉਸ ਦੀ ਬੁੱਕੜ ਵਿੱਚ ਸਵਾ ਲੈਣਾ ਚਾਹੀਦਾ ਸੀ, ਜਦੋਂ ਪਹਿਲੇ ਦਿਨਾਂ ਵਿੱਚ ਹੀ ਸਾਨੂੰ ਉਹ ਜਿਹੜੇ ਅਖੀਰ ਵਿੱਚ ਤਿਲਕ ਲਾਏ ਨੇ, ਉਹ ਤਿਲਕ ਉਹਨਾਂ ਪਾਪੀਆਂ ਦੇ ਖੂਨ ਦੇ ਪਹਿਲੀ ਵਾਰੀ ਹੀ ਲਾ ਲੈਣੇ ਚਾਹੀਦੇ ਸਨ। ਪਰ ਅਸੀਂ ਬੜਾ ਚਿਰ ਮਗਰੋਂ ਲੇਟ ਲਾਏ ਨੇ। ਉਹਦਾ ਕਾਰਨ ਕੀ ਬਣਿਆ? ਅਸੀਂ ਪਹਿਚਾਣ ਵਿੱਚ ਬੜੀ ਵੱਡੀ ਕਮੀ ਰੱਖ ਲਈ। ਜਿਹੜੇ ਡੋਗਰਿਆਂ ਨੇ ਉਂਗਲਾਂ ਤੇ ਨਚਾ ਕੇ, ਜਿਹੜੇ ਡੋਗਰਿਆਂ ਨੇ ਆਪਣੀ ਮਰਜ਼ੀ ਨਾਲ ਸਾਨੂੰ ਲੁੱਟਿਆ ਵੀ ਤੇ ਸਾਨੂੰ ਕੁੱਟਿਆ ਵੀ, ਹੈਰਾਨੀ ਦੀ ਗੱਲ ਹੈ। ਇਹ ਦੋਵੇਂ ਕੰਮ ਉਹਨਾਂ ਨੇ ਕੀਤੇ ਤੇ ਆਖਰਕਾਰ ਸਾਡੀ ਪਹਿਚਾਣ ਦੀ ਇਹ ਕਮੀ ਸੀ। ਅਸੀਂ ਆਪਣਿਆਂ ਦੇ ਹੱਥੋਂ ਹੀ ਆਪ ਮਰਦੇ ਰਹੇ, ਪਰ ਅਸੀਂ ਇਹ ਪਰਖ ਨਹੀਂ ਕਰ ਸਕੇ ਸਾਨੂੰ ਕੌਣ ਨਚਾਉਂਦਾ ਹੈ। ਜੇ ਡੋਗਰੇ ਗਏ ਤਾਂ ਲਾਲ ਸਿਉ ਤੇ ਤੇਜਾ ਸਿਉ ਗਦਾਰ ਆ ਗਏ, ਇਹਨਾਂ ਨੇ ਵੀ ਰੱਜ ਕੇ ਲਹੂ ਪੀਤਾ। ਪਰ ਹੈਰਾਨੀ ਦੀ ਗੱਲ ਹੈ, ਅਸੀਂ ਦ੍ਰਿੜਤਾ ਨਾਲ ਵੀ ਇਹਨਾਂ ਨੂੰ ਬਾਹਰ ਨਹੀਂ ਕੱਢ ਸਕੇ। ਅੱਗੇ ਜਾ ਕੇ ਦੇਖਿਓ ਤੇਜਾ ਸਿਉ ਕਿੱਡੀ ਦੂਰ ਤੱਕ ਅੱਗੇ ਕੰਮ ਇਸ ਗਦਾਰੀ ਦੇ ਆਪਣੇ ਕਾਰਜ ਨੂੰ ਨਿਭਾਉਂਦਾ। ਉਸ ਤੋਂ ਅਗਲੀ ਕਮਜ਼ੋਰੀ ਦਾ ਜ਼ਿਕਰ ਕਰੀਏ, ਸਾਡੇ ਵਿੱਚ ਦ੍ਰਿੜਤਾ ਦੀ ਵੀ ਕਮੀ ਰਹੀ ਹੈ। ਸਿਆਣੇ ਦਾਨੇ ਲੋਕਾਂ ਦੇ ਬੋਲ ਨੇ ਕਿ ਦੁਸ਼ਮਣ ਨੂੰ ਉਨਾ ਚਿਰ ਮੋਢੇ ਤੇ ਚੁੱਕ ਕੇ ਲੈ ਕੇ ਚੱਲੀਏ ਜਿੰਨਾ ਚਿਰ ਡੂੰਘੀ ਖਾਈ ਨਹੀਂ ਮਿਲਦੀ। ਜਦੋਂ ਡੂੰਘੀ ਖਾਈ ਮਿਲ ਜਾਏ ਤੇ ਇਹੋ ਜਿਹਾ ਪਟਕਾ ਕੇ ਮਾਰੀਏ ਮੁੜ ਕੇ ਉੱਠਣ ਜੋਗਾ ਨਾ ਰਵੇ। ਹੈਰਾਨੀ ਦੀ ਗੱਲ ਹੈ, ਅਸੀਂ ਆਪਣੇ ਦੁਸ਼ਮਣਾਂ ਦੀ ਪਹਿਚਾਣ ਹੀ ਨਹੀਂ ਕਰ ਸਕੇ। ਉਹਨਾਂ ਨੂੰ ਸਗੋਂ ਅੱਗੇ ਮੁਖੀ ਬਣਾ ਕੇ, ਉਹਨਾਂ ਨੂੰ ਸਗੋਂ ਅੱਗੇ ਮੋਢੀ ਬਣਾ ਕੇ ਆਪਣੇ ਆਪੇ ਦਾ ਨੁਕਸਾਨ ਕਰਦੇ ਰਹੇ। ਹਰ ਗੱਲ ਦੇ ਵਿੱਚ ਅਸੀਂ ਆਪਣਾ ਨੁਕਸਾਨ ਕਰ ਲਿਆ, ਪਰ ਅਸੀਂ ਇਹ ਦ੍ਰਿੜਤਾ ਵਿੱਚ ਨਹੀਂ ਆ ਸਕੇ। ਕਮਜ਼ੋਰੀਆਂ ਪਤਾ ਲੱਗ ਜਾਣ ਦੇ ਬਾਵਜੂਦ ਵੀ
ਜਿਸ ਦਿਨ ਧਿਆਨ ਸਿਓ ਪਾਪੀ ਮਹਾਰਾਣੀ ਚੰਦ ਕੌਰ ਬਾਹਰ ਤੜਫਦੀ ਹੈ। ਮਹਾਰਾਣੀ ਨਾਨਕੀ, ਮਾਫ ਕਰਨਾ, ਬੇਬੀ ਨਾਨਕੀ ਬਾਹਰ ਤੜਫਦੀ ਆਪਣੇ ਪਤੀ ਨੂੰ ਮਿਲਣ ਵਾਸਤੇ। ਚੰਦ ਕੌਰ ਦਾ ਪੁੱਤਰ ਉਹਦਾ ਅੰਦਰ, ਕਮਰ ਨੌ ਨਿਹਾਲ ਸਿੰਘ ਅੰਦਰ ਪਿਆ ਹੋਇਆ। ਹੈਰਾਨੀ ਦੀ ਗੱਲ ਹੈ, ਸਾਰੀ ਇਸ ਪਰਜਾ ਦੇ ਵਿੱਚੋਂ, ਸਾਰੀ ਫੌਜ ਵਿੱਚੋਂ, ਸਾਰੇ ਬਾਕੀ ਲੋਕਾਂ ਵਿੱਚੋਂ ਕਿਸੇ ਕੋਲ ਇਹ ਦ੍ਰਿੜਤਾ ਨਹੀਂ ਸੀ। ਇੱਕ ਚੁੱਕਦਾ ਕੋਈ ਸੂਰਮਨ ਤਲਵਾਰ ਤੇ ਤਲਵਾਰ ਚੁੱਕ ਕੇ ਉਸ ਨੂੰ ਆਪਣੇ ਵੱਲੋਂ ਕੋਸ਼ਿਸ਼ ਕਰਦਾ ਇਸ ਪਾਪੀ ਧਿਆਨ ਸਿੰਘ ਦਾ ਅੰਤ ਕਰ ਦਿੰਦਾ। ਯਕੀਨ ਕਰਕੇ ਜਾਣਿਓ, ਜੇ ਕਿਤੇ ਪਾਪੀ ਧਿਆਨ ਸਿੰਘ ਦਾ ਅੰਤ ਕੀਤਾ ਹੋਇਆ ਹੁੰਦਾ ਤਾਂ ਸ਼ਾਇਦ ਇਤਿਹਾਸਕ ਪੰਨੇ ਹੀ ਕੁਝ ਹੋਰ ਹੁੰਦੇ। ਪਰ ਬਦਕਿਸਮਤੀ ਹੈ, ਅਸੀਂ ਇਸ ਪਾਸੇ ਕੋਈ ਖਿਆਲ ਨਾ ਕਰ ਸਕੇ। ਜਿੰਨੀ ਵਾਰੀ ਵੀ ਵਕਤ ਆਇਆ ਇਸ ਪਾਪੀ ਨੂੰ ਅਸੀਂ ਛੱਡ ਕੇ ਆਖਿਰਕਾਰ ਦੁੱਖ ਪਾਇਆ। ਕਹਿਣ ਤੋਂ ਮੁਰਾਦ ਕਿੰਨਾ ਚੰਗਾ ਹੁੰਦਾ ਜੇ ਉਸ ਦਿਨ ਤਲਵਾਰ ਚੁੱਕ ਕੇ ਇਸ ਗਦਾਰ ਦੀ ਗਰਦਨ ਲਾਈ ਹੁੰਦੀ। ਕਮਰ ਨਿਹਾਲ ਸਿੰਘ ਤੋਂ ਬਾਅਦ ਵਿੱਚ ਬਾਕੀ ਜਿਹੜੀ ਕਤਲ ਹੋਣ ਵਾਲਿਆਂ ਦੀ ਲੜੀ ਹੈ ਉਹ ਫਿਰ ਸਾਡੀ ਆਪਣਿਆਂ ਦੀ ਨਾ ਹੁੰਦੀ ਤੇ ਉਹਨਾਂ ਗਦਾਰਾਂ ਦੀ ਜਾਂ ਉਹਨਾਂ ਪਾਪੀਆਂ ਦੀ ਹੁੰਦੀ। ਪਰ ਨਹੀਂ ਪਛਾਣ ਕਰ ਸਕੇ, ਨਹੀਂ ਆਪਣੇ ਜੀਵਨ ਵਿੱਚ ਉਹ ਦ੍ਰਿੜਤਾ ਬਣਾ ਸਕੇ, ਜਿਹਦਾ ਕਾਰਨ ਇਹ ਵੀ ਇੱਕ ਕਾਰਨ ਬਣਿਆ। ਅੱਗੇ ਗੱਲ ਤੋਰਨੀ ਚਾਹੁੰਦਾ। ਸਾਡੇ ਇਸ ਕਾਰਜ ਦੇ ਵਿੱਚ ਇੱਕ ਬੜੀ ਵੱਡੀ ਗਲਤੀ ਸਾਡੇ ਕੋਲੋਂ ਹੋਰ ਹੋਈ। ਜਿਤਨੀਆਂ ਮਹਾਨ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਅਹੁਦੇ ਨਾ ਦੇ ਸਕੇ। ਇਸ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਸ ਤਰ੍ਹਾਂ ਦਾ ਅਹੁਦਾ ਨਹੀਂ ਮਿਲ ਸਕਿਆ ਜਿਵੇਂ, ਇਸ ਗੱਲ 'ਚ ਕੋਈ ਦੋਰਾਵਾ ਨਹੀਂ, ਜਿਨ੍ਹਾਂ ਨੇ ਵੀ ਕੁਰਬਾਨੀਆਂ ਕੀਤੀਆਂ ਉਹ ਸਰਹੱਦਾਂ ਤੇ ਤਾਂ ਰਹੇ। ਜਿਹੜਾ ਰਾਜ ਦਾ ਸੁੱਖ, ਮਹੱਲਾਂ ਦਾ ਸੁੱਖ ਸੀ, ਹਕੂਮਤ ਕਰਨ ਦਾ ਸੁੱਖ ਸੀ, ਉਹ ਬਗਾਨੇ ਹੀ ਭੋਗਦੇ ਰਹੇ। ਤੁਸੀਂ ਕਦੇ ਵਿਚਾਰ ਕੇ ਦੇਖਿਓ, ਅਕਾਲੀ ਫੂਲਾ ਸਿੰਘ ਨੇ ਕਿਤਨੀ ਦ੍ਰਿੜਤਾ ਦੇ ਨਾਲ ਲੜੇ, ਜਾਂ ਸਰਦਾਰ ਹਰੀ ਸਿੰਘ ਨਲੂਏ ਦੇ ਚਰਨਾਂ ਨੂੰ ਚੁੰਮ ਕੇ ਇਤਿਹਾਸ ਮਾਣ ਕਰਦਾ। ਪਰ ਬਦਕਿਸਮਤੀ ਹੈ, ਉਹਨਾਂ ਨੂੰ ਰਾਜ ਦਰਬਾਰ ਦੇ ਵਿੱਚ ਗੱਲ ਮਨਾਉਣ ਦੀ ਕੋਈ ਗੱਲ, ਉਹਨਾਂ ਨੂੰ ਕਦੇ ਸਲਾਹ ਕਰਨ ਵਾਸਤੇ, ਉਹਨਾਂ ਨੂੰ ਕਦੇ ਮਸ਼ਵਰੇ ਕਰਨ ਵਾਸਤੇ, ਉਹਨਾਂ ਨੂੰ ਕਦੇ ਸਿੱਖ ਰਾਜ ਦੀਆਂ ਗੱਲਾਂ ਨੂੰ ਸੋਚਣ ਵਿਚਾਰਨ ਵਾਸਤੇ ਕਦੇ ਇਕੱਠੇ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਉੱਚੇ ਰੁਤਬੇ ਤੇ ਕਦੇ ਨਹੀਂ ਸੀ ਬਿਠਾਇਆ। ਕੁਰਬਾਨੀਆਂ ਜਿਨ੍ਹਾਂ ਨੇ ਦਿੱਤੀਆਂ ਉਹ ਸਗੋਂ ਬਾਹਰ ਰਹਿੰਦੇ ਰਹੇ, ਪਰ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਉਹ ਰਾਜ ਦਰਬਾਰ ਦੇ ਵਿੱਚ ਸੁੱਖ ਭੋਗਦੇ ਰਹੇ। ਇਹ ਵੀ ਇੱਕ ਬੜੀ ਵੱਡੀ ਕਮਜ਼ੋਰੀ ਸੀ, ਜਿਹਨੂੰ ਅਸੀਂ ਵਕਤ ਨਾਲ ਨਾ ਵਿਚਾਰਨ ਦਾ ਕਾਰਨ ਕੀ ਬਣਿਆ, ਆਪਣੇ ਰਾਜ ਭਾਗ ਨੂੰ ਗੁਆ ਕੇ ਅੱਜ ਅਸੀਂ ਇਤਿਹਾਸ ਵਿੱਚੋਂ ਸਿਰਫ ਉਹ ਦਿਨ ਪੜ੍ਹ ਸਕਦੇ ਵੀ ਕਦੇ ਅਸੀਂ ਰਾਜੇ ਹੁੰਦੇ ਸੀ। ਅਗਲੀ ਗੱਲ ਤੋੜਨੀ ਚਾਹੁੰਦਾ, ਧਾਰਮਿਕ ਪੱਖ ਸਾਨੂੰ ਦੇਖਣ ਨੂੰ ਇਤਨਾ ਪ੍ਰਚਾਰ ਦਿੱਤਾ ਗਿਆ, ਪਰ ਮਾਫ ਕਰਨਾ, ਧਾਰਮਿਕ ਪੱਖ ਸਾਡਾ ਬਹੁਤ ਕਮਜ਼ੋਰ ਸੀ ਉਸ ਵੇਲੇ। ਇਸ ਗੱਲ 'ਚ ਕੋਈ ਦੋਰਾਮਾ ਨਹੀਂ। ਅਸੀਂ ਇਹਦੇ ਉੱਤੇ ਪਰਦੇ ਭਾਵੇਂ ਜਿੰਨੇ ਮਰਜ਼ੀ ਪਾਈ ਜਾਈਏ, ਪਰ ਹਕੀਕਤ ਉਗੜ ਕੇ ਇਤਿਹਾਸਕ ਪੰਨਿਆਂ ਤੋਂ ਜਦੋਂ ਸਾਹਮਣੇ ਆਉਂਦੀ ਹੈ ਤਾਂ ਸਾਨੂੰ ਪਤਾ ਲੱਗਦਾ ਹੈ। ਉਸ ਤੋਂ ਪਹਿਲਾਂ ਚੰਦ ਰੋਜ਼ ਪਹਿਲਾਂ ਦੀਆਂ ਗੱਲਾਂ ਨੇ, ਕੋਈ ਬਹੁਤੀਆਂ ਪੁਰਾਣੀਆਂ ਨਹੀਂ। ਸੁੱਖਾ ਸਿੰਘ ਮਹਿਤਾਬ ਸਿੰਘ ਵਰਗੇ ਹੋਏ, ਜੱਸਾ ਸਿੰਘ ਆਲੂਵਾਲੀਆ ਵਰਗੇ ਹੋਏ, ਭਾਈ ਮਨੀ ਸਿੰਘ ਵਰਗੇ ਹੋਏ, ਜਾਂ ਹੋਰ ਇਤਿਹਾਸਕ ਪੰਨਿਆਂ ਦੇ ਉੱਤੇ ਬੋਤਾ ਸਿੰਘ, ਗਰਜਾ ਸਿੰਘ ਵਰਗੇ ਹੋਏ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਸ਼ਹੀਦ ਹੋਏ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਭਾਗ ਦੇ ਵੇਲੇ ਕਿਸੇ ਵੀ ਇਹੋ ਜਿਹੇ ਮਹਾਨ ਉੱਗੇ ਸ਼ਹੀਦ ਦੀ ਕੋਈ ਯਾਦਗਾਰ ਨਹੀਂ ਬਣਾਈ। ਆਪਣਾ ਰਾਜ ਹੋਵੇ, ਆਪਣੀ ਧਰਤੀ ਹੋਵੇ, ਆਪਣੇ ਸ਼ਹੀਦ ਹੋਵਣ, ਉਹਨਾਂ ਦੇ ਨਾਂ ਤੇ ਅਸੀਂ ਰਾਜ ਭਾਗ ਪੈਦਾ ਕੀਤਾ ਹੋਵੇ, ਉਹਨਾਂ ਨੂੰ ਖੂਨ ਦਾ ਪੋਚਾ ਦੇ ਕੇ, ਉਹਨਾਂ ਦਾ ਖੂਨ ਡੋਲ ਕੇ, ਉਹਨਾਂ ਦੀਆਂ ਹੱਡੀਆਂ ਰਾਜ ਭਾਗ ਦੇ ਵਿੱਚ ਪਾ ਕੇ ਤੇ ਅਸੀਂ ਤਖਤ ਦੇ ਉੱਤੇ ਬੈਠੇ ਹੋਈਏ ਤੇ ਉਸ ਵੇਲੇ ਕਿਸੇ ਇੱਕ ਮਹਾਨ ਸ਼ਹੀਦ ਦੀ ਯਾਦ ਬਿਨਾਂ ਬਣਾਈਏ, ਇਹ ਸਾਡੀ ਇਤਿਹਾਸਕ ਭੁੱਲ ਹੈ ਔਰ ਇਹਨੂੰ ਮਾਫ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਤਿਹਾਸ ਦੇ ਪੰਨਿਆਂ ਵਿੱਚੋਂ ਸ਼ਹੀਦਾਂ ਦੀਆਂ ਉਹ ਯਾਦਗਾਰਾਂ ਸਨ ਲੱਭਣੀਆਂ ਚਾਹੀਦੀਆਂ ਸਨ। ਕੌਮਾਂ ਬੜਾ ਮਾਣ ਕਰਦੀਆਂ ਨੇ ਆਪਣੇ ਸ਼ਹੀਦਾਂ ਦੇ ਉੱਤੇ, ਕਿਉਂਕਿ ਵਿਦਵਾਨਾਂ ਦੇ ਲਿਖੇ ਹੋਏ ਬੋਲ ਨੇ, ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात है। मौत भी जिंदगी ਬਣਦੀਆਂ ਨੇ। ਸਾਨੂੰ ਆਪਣਾ ਵਿਰਸਾ ਚੇਤੇ ਰਹਿੰਦਾ, ਸਾਨੂੰ ਧਿਆਨ ਸਿੰਘ ਵਰਗਿਆਂ ਨੂੰ, ਧਿਆਨ ਸਿੰਘ ਵਰਗਿਆਂ ਨੂੰ ਪਹਿਚਾਨਣ ਦੀ ਜਾਚ ਆਉਂਦੀ। ਸਾਡੇ ਆਪਣੇ ਸਮੇਂ ਦੇ ਵਿੱਚ
इन्हां शहीदां दी गल उत्ते हुंदी, बल्कि शहीदां दी गल उत्ते होण दी बजाए साडे कोल पखंडियां ने, पापियां ने जां उन्हां दुष्ट लोगां ने तां अगे आउण दी कोशिश कीती, पर असीं अपने शहीदां दी याद नहीं संभाल सके। इह पक्ष कमजोर सी। अगली गल यह भी चेते रखण वाली है, जिथे साडी मां बोली पंजाबी है, जिथे श्री गुरु ग्रंथ साहिब जी की पवित्र बाणी जिहड़ी वो गुरमुखी अखरां दे विच सानू एक रबी सुनेहा देंदी है, पर इहदे नाल ही चेता रखियो महाराजा रणजीत सिंह दे दरबार विच जितनी भी दरबारी भाषा वरती जांदी सी वो सारी दी सारी फारसी सी, क्योंकि इहो जिहियां चीज़ां साडे जज्बाती रिश्ते पैदा करदियां ने, इहो जिहियां चीज़ां सानू अंदरूनी लगाव पैदा करदियां ने। असीं बोलदे पंजाबी सां, गलबात पंजाबी विच करदे सां, पर जिहड़ी दरबारी भाषा सी वो सारी दी सारी फारसी सी। उस वेले सानू इस गल ते भी पहला लेण दी लोड़ सी, पर असीं कमजोरी कीती। एक असीं बड़ा वड्डा संताप होर भोगिया मगरों जाके, बड़े गुरु के सिखां दा लहू डोल के सानू ये दाग धोने पए, जिहड़ा ये असीं एक गलती कर लई। बाबा बंदा सिंह बहादुर ने अपने वेले च जगीरदारी सिस्टम खत्म कीता सी, बल्कि उन्हां गरीबड़े लोकां नूं, उन्हां वाहक लोकां नूं, उन्हां गरीबड़े लोकां नूं जिहड़े जमीन जायदादां वाह के कमाई करके जगीरदारां दी झोलियां भरदे सन, अमीर बंदा अमीर होई जा रहा सी, गरीब बहुत गरीब होई जा रहा सी। एक समानता की गल लै आंदी सी इतिहास के पन्नियां दे उत्ते। जदों बाबा बंदा सिंह बहादुर ने कुर्बानियां कीतियां, एक बेनती मैं तुहाडे चरनां विच करना चाहुंदा, दिल भर आउंदा है, मन कई बारी लहू दे अथरू रोंदा है। प्यारिओ, की करां मैं इस कौम नूं, किवें समझावां? मन नहीं उदास हो जाता कई बारी बहुत। जिन्हां दियां महान कुर्बानियां सन, उन्हां दियां कुर्बानियां नूं पूजण दी बजाए असीं उन्हां नूं दागी करिया होया है। बाबा बंदा सिंह बहादुर वर्गा दुनिया दी तवारीख विचों शहीद लभना औखा है। भाई मनी सिंह वर्गियां नूं, इन्ने महान योधियां नूं संसार दियां तवारीखां चों लभना औखा है, पर असीं अपने शहीदां नूं दागी तां करके इतिहास विच रखिया होया है। उन्हां नूं चंगे नेक, उन्हां नूं जो उन्हां दा असल विच किरदार सी जे ओहिओ प्रगट कीता हुंदा ते अज शायद ये गल्लां ना हुंदियां। खैर, एक वखरा पक्ष अज आपां विचार रहे हैं, उसे वल केंद्रित रवां। जिहड़ी बेनती कर रहा सां, बाबा बंदा सिंह बहादुर ने बहुत कुर्बानियां कीतियां ने, जगीरदारी सिस्टम खत्म कर दिता सी, पर महाराजा रणजीत सिंह दे वेले ये जगीरदारी सिस्टम दोबारे लागू ही नहीं होया, बल्कि पूरे जोर शोर दे नाल ये अपने कदम पुट के आखिरकार सानू उस लहू दी नदी दे नेड़े लैके चला गया सी। महाराजा रणजीत सिंह ने बहुत लोगों नूं जगीरदारी दे के उन्हां नूं आखिरकार इहो जे दरिंदे बना दिता, जिन्हां दे नाल कल सानू साके लड़ने पे। खैर, ये जितने अगे जाके महंत भी जगीरदारियां दे कारण अन्ने हो गए सन, फिर दोबारे इन्हां दी अखां खोलणियां पईयां। ये आउण वाले इतिहास विच विचारांगे। हुण ते सिर्फ दूजी गल ही करनी चाहुंदा। अगली गल, सती प्रथा गुरमत विच प्रवान नहीं सी। किसी वेले धन गुरु अमरदास साहब सच्चे पातशाह जी महाराज ने, अकबर बादशाह आया, उन्हें जगीर भेटा करनी चाहिए, सतगुरु जी ने मना कर दी, ते उन्हें बेनती की भी मैं कोई तो सेवा कर सका। साहब सतगुरु सच्चे पातशाह ने कृपा की, एक वचन समझाया, कहने लगे जे करना चाहते हो तो जिथे बाकी गल्लां होईयां उत्थे तीन कु गल्लां बड़ियां प्रमुख ने। पहली गल यह की सी, उन्हां समयां दे विच वरखा दे आधारित खेती हुंदी सी। सतगुरु जी ने वचन आखे, कहने लगे इस बारी खेती दी बड़ी कमजोरी रही है, तुसीं जे करना ही चाहते हो परोपकार तां इह करो भी जिहड़े लोग खेती करते हैं ऐतकी उन्हां कोल टैक्स ना लवो, और अकबर ने माफ कीता सी। दूजी गल, ਜਿਹੜੀਆਂ ਬੱਚੀਆਂ ਨੂੰ ਆਪਣੇ ਘਰ ਸਮਾਜ ਵਿੱਚ, ਆਪਣੇ ਪਰਿਵਾਰ ਵਿੱਚ, ਆਪਣੇ ਵਿਹੜੇ ਵਿੱਚ ਉੱਥੇ ਵੀ ਮੂੰਹ ਨੰਗਾ ਕਰਕੇ ਆਮ ਇੱਕ ਸੁਚੱਜੀ ਬੱਚੀ ਵਾਂਗੂ ਘੁੰਮਣ ਦੀ ਆਗਿਆ ਨਹੀਂ,
ਉਹਦੇ ਤੇ ਬੁਰਕਾ ਪਾਇਆ ਜਾਂਦਾ ਹੈ, ਉਹਦਾ ਚਿਹਰਾ ਢੱਕਿਆ ਜਾਂਦਾ ਹੈ। ਤੇ ਕਿੰਨਾ ਚੰਗਾ ਹੋਵੇ ਜਿਹੜੀ ਮਨੁੱਖੀ ਅੱਖ ਦੀ ਕਮਜ਼ੋਰੀ ਹੈ ਉਹਦੀ ਸਜ਼ਾ ਤੁਸੀਂ ਬੱਚੀ ਨੂੰ ਨਾ ਦੇਵੋ। ਪਰਦੇ ਦੀ ਰਸਮ ਨੂੰ ਗੁਰੂ ਅਮਰਦਾਸ ਜੀ ਨੇ ਬੰਦ ਕਰਵਾਇਆ ਸੀ। ਔਰ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ ਸੀ, ਸਤਿਗੁਰੂ ਜੀ ਨੇ ਬਚਨ ਆਖੇ ਸਨ, ਕਹਿਣ ਲੱਗੇ ਸਤੀਆਂ ਉਹ ਨਹੀਂ ਜਿਨ੍ਹਾਂ ਨੂੰ ਜ਼ਬਰਦਸਤੀ ਤੁਸੀਂ ਉਹਨਾਂ ਦੀ ਪਤੀ ਦੀ ਤਿੱਖਾ ਦੇ ਨਾਲ ਸਾੜ ਦਿੰਦੇ ਹੋ, ਉੱਤੇ ਇੱਕ ਦਿਨ ਸੜਨਾ ਹੈ। ਪਰ ਪਿਆਰਿਓ, ਅਸਲ ਵਿੱਚ ਤਾਂ ਸਤੀ ਉਹ ਹੈ ਜਿਹਨੇ ਆਪਣੇ ਪਿਆਰੇ ਦੀ ਬਿਰਹੋਂ ਦੀ ਅੱਗ ਵਿੱਚ ਇੱਕ ਇੱਕ ਆਪਣੇ ਹੱਡ ਦਾ ਬਾਲਣ ਬਣਾ ਕੇ ਬਾਲਿਆ ਹੁੰਦਾ ਹੈ। ਆਪਣੇ ਪਤੀ ਦੀਆਂ ਰਹਿੰਦੀਆਂ ਸਧਰਾਂ ਨੂੰ ਪੂਰੀਆਂ ਕਰਨ ਵਾਸਤੇ ਆਪਣੀਆਂ ਸਧਨਾਂ, ਆਪਣੇ ਮਨ ਦੀਆਂ ਮੁਰਾਦਾਂ ਨੂੰ ਆਪ ਸਾੜਿਆ ਹੋਇਆ ਹੁੰਦਾ ਹੈ। ਆਪਣੇ ਬੱਚਿਆਂ ਦੇ ਔਲਾਦ ਉਹਨਾਂ ਨੇ ਪੜ੍ਹਾ ਕੇ ਲਿਖਾ ਕੇ ਤੇ ਆਪਣੇ ਪਤੀ ਦੀਆਂ ਮਨਸ਼ਾ ਪੂਰੀਆਂ ਕਰਨ ਵਾਸਤੇ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਹੁੰਦਾ ਹੈ। ਆਪਣਾ ਜੀਵਨ ਉੱਚਾ ਕਿਰਦਾਰ ਵਾਲਾ ਜੀਵਿਆ ਹੁੰਦਾ ਹੈ। ਸਾਡੀਆਂ ਨਜ਼ਰਾਂ ਵਿੱਚ ਉਹ ਸਤੀਆਂ ਨੇ। ਸਾਨੂੰ ਇਹ ਸਤੀਆਂ ਦੇ ਮਗਰ ਨਹੀਂ ਜਾਣਾ ਚਾਹੀਦਾ। ਇਹ ਸਤੀ ਦੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਕਿਸੇ ਵੇਲੇ ਬੰਦ ਕਰਵਾਈ ਸੀ। ਬਦਕਿਸਮਤੀ ਹੈ ਸਾਡੇ ਸਿੱਖਾਂ ਦੇ ਰਾਜ ਵਿੱਚ ਸਿੱਖੀ ਦੀ ਵਿਰੁੱਧ ਪ੍ਰਥਾ ਨੂੰ ਅਸੀਂ ਖੁਦ ਨੇ ਪੈਦਾ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਤੇ ਉਹਦੇ ਅਗਲੇਰੇ ਜਿਹੜੇ ਇਸ ਗੱਦੀਦਾਰ ਬਣੇ ਤੇ ਉਹਨਾਂ ਦੇ ਨਾਲ ਵੀ ਸਤੀਆਂ ਨੂੰ, ਉਹਨਾਂ ਬੱਚੀਆਂ ਨੂੰ, ਉਹਨਾਂ ਗੋਲੀਆਂ ਨੂੰ, ਉਹਨਾਂ ਰਾਣੀਆਂ ਨੂੰ ਨਾਲ ਚਿੱਖਾਂ ਦੇ ਵਿੱਚ ਸਤੀ ਕੀਤਾ ਜਾਣ ਲੱਗਿਆ। ਇਹ ਵੀ ਇੱਕ ਪ੍ਰਥਾ ਸਾਡੇ ਧਰਮ ਦੀ ਕਮਜ਼ੋਰੀ ਬਣ ਕੇ ਰਹਿ ਗਈ ਸੀ ਉਦੋਂ। ਅਗਲੀ ਗੱਲ, ਇਹ ਵੀ ਗੱਲ ਸਪਸ਼ਟ ਹੈ ਮਹਾਰਾਜਾ ਰਣਜੀਤ ਸਿੰਘ ਦੀ ਕੋਈ ਐਸੀ ਕਮਜ਼ੋਰੀ ਸੀ ਜਿਹੜੀ ਉਹਨਾਂ ਨੂੰ ਡੋਗਰਿਆਂ ਦੇ ਅੱਗੇ ਅੱਖ ਨਹੀਂ ਸੀ ਚੁੱਕਣ ਦਿੰਦੀ। ਨਹੀਂ ਤੇ ਇਹ ਨਹੀਂ ਬਈ ਉਹਨਾਂ ਨੂੰ ਪਹਿਚਾਣ ਨਹੀਂ ਆਈ ਹੋਵੇਗੀ, ਪਰ ਕੋਈ ਅੰਦਰੂਨੀ ਕਮਜ਼ੋਰੀ ਉਹਨਾਂ ਨੂੰ ਅੱਗੇ ਨਹੀਂ ਸੀ ਆਉਣ ਦਿੰਦੀ, ਜਿਹਨੂੰ ਆਪਾਂ ਇਤਿਹਾਸ ਦੇ ਵਿੱਚੋਂ ਇੱਕ ਨਿੱਕੀ ਜਿਹੀ ਝਲਕ ਵਾਂਗੂ ਦੇਖ ਸਕਨੇ ਹਾਂ। ਜਿਵੇਂ ਉਸ ਵੇਲੇ ਦੀ ਨਾਚੀ, ਉਸ ਵੇਲੇ ਦੇ ਇੱਕ ਬੁਰੇ ਕਰਮ ਕਰਨ ਵਾਲੀ ਮੋਹਰਾਂ, ਜਿਹਨੂੰ ਅਸੀਂ ਕਈ ਵਾਰੀ ਪਰਦੇ ਪਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਪਰ ਇਸ ਗੱਲ 'ਚ ਕੋਈ ਦੋਰਾਵਾ ਨਹੀਂ, ਕਿਉਂਕਿ ਇਤਿਹਾਸ ਤੇ ਇਤਿਹਾਸ ਆਪਣੇ ਕਦਮਾਂ ਤੇ ਤੁਰਦਾ ਹੈ। ਉਹ ਕਿਸੇ ਦੇ ਆਖਿਆਂ ਲੱਗ ਕੇ ਨਹੀਂ ਜਾਂ ਕਿਸੇ ਦੀ ਗੁਲਾਮੀ ਕਰਕੇ ਨਹੀਂ। ਇਤਿਹਾਸ ਇਤਿਹਾਸ ਵਾਂਗੂ ਹੀ ਵੇਖਣਾ ਚਾਹੀਦਾ ਹੈ। ਮੋਹਰਾਂ ਦੀ ਗੁਲਾਮੀ ਕਰਨਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਕਮਜ਼ੋਰੀ ਬਣ ਕੇ ਆਇਆ, ਜਿਹਨੇ ਸਾਡੇ ਧਾਰਮਿਕ ਪੱਖ ਨੂੰ ਕਮਜ਼ੋਰ ਕਰ ਦਿੱਤਾ। ਖੈਰ ਅਗਲੀ ਗੱਲ ਤੋਰਨੀ ਚਾਹੁੰਦਾ, ਇਸ ਗੱਲ 'ਚ ਵੀ ਕੋਈ ਦੋਰਾਵਾ ਨਹੀਂ। ਜਦੋਂ ਕਦੇ ਲੋੜ ਪਈ, ਭਾਵੇਂ ਇਹ ਵੀ ਗੱਲਾਂ ਬਿਲਕੁਲ ਪ੍ਰਤੱਖ ਨੇ, ਭਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਾ, ਮਹਾਰਾਜਾ ਰਣਜੀਤ ਸਿੰਘ ਦੇ ਕੋਰੜੇ ਖਾਣਾ, ਇਹ ਗੱਲਾਂ ਵੀ ਇਤਿਹਾਸ ਵਿੱਚ ਬੜੇ ਚੰਗੇ ਢੰਗ ਨਾਲ ਲਿਖੀਆਂ ਹੋਈਆਂ ਨੇ ਔਰ ਇਹ ਵਾਧੇ ਦੀਆਂ ਗੱਲਾਂ ਨੇ ਔਰ ਇਹ ਚੰਗੀਆਂ ਗੱਲਾਂ ਵਾਂਗੂ ਸਤਿਕਾਰੀਆਂ ਹੋਈਆਂ ਨੇ। ਅਗਲੀ ਗੱਲ ਕਰਨੀ ਚਾਹੁੰਦਾ, ਹੈਰਾਨੀ ਦੀ ਗੱਲ ਹੈ ਇਸ ਰਾਜ ਦਰਬਾਰ ਵਿੱਚ ਕਰੀਬ 10 ਸਾਲ ਕਤਲੋਗਾਰਦ ਹੁੰਦੀ ਰਹੀ। ਜਿਹਦਾ ਨਾਂ ਲੱਗਦਾ ਸੀ ਉਹ ਦੂਜੇ ਨੂੰ ਕਤਲ ਕਰਕੇ ਉਹਦੇ ਲਹੂ ਵਿੱਚ ਪੈਰ ਭਿੱਜੇ ਲੈ ਕੇ ਤਖਤ ਵਾਲੇ ਪਾਸੇ ਨੂੰ ਵੱਧ ਪੈਂਦਾ ਸੀ, ਹਕੂਮਤ ਵਾਲੇ ਪਾਸੇ ਨੂੰ ਵੱਧ ਪੈਂਦਾ ਸੀ। 10 ਸਾਲ ਕਰੀਬ 1839 ਤੋਂ ਲੈ ਕੇ 1849 ਤੱਕ ਬੜੀ ਕਤਲੋਗਾਰਦ ਹੋਈ। ਇਹਨੇ ਵੀ ਲੋਕਾਂ ਦੇ ਮਨ ਫਿੱਕੇ ਪਾ ਦਿੱਤੇ। ਇਹਨੇ ਵੀ ਜਿਹੜੀ ਉਹ ਸਿੱਖਾਂ ਦਾ ਰਾਜ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਦੋ ਨਹੀਂ ਤੇ ਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਕਟਾ ਨੇ ਤਰਸ ਜਵਾਲ, ਜਾਂ ਹਲੇਮੀ ਰਾਜ ਦਾ ਜਿਹੜਾ ਸੁਪਨਾ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਹੈ, ਉਹਨੂੰ ਬਹੁਤ ਠੋਕਰ ਮਾਰੀ। ਸਿੱਖੀ ਦੇ ਆਸੇ ਮਨਸਿਆਂ ਨੂੰ, ਸਿੱਖੀ ਦੇ ਸਿਧਾਂਤਾਂ ਨੂੰ ਇਹ ਇੱਕ ਠੋਕਰ ਵੱਜਣ ਵਾਲੀ ਗੱਲ ਸੀ। ਆਪਣਿਆਂ ਦੀ ਹੀ ਕਿਰਪਾਨ ਆਪਣਿਆਂ ਦੇ ਹੀ ਨਿੱਤ ਖੂਨ ਵਿੱਚ ਭਿੱਜਦੀ ਰਹੀ। ਇਹ ਕੋਈ ਬਹੁਤੀ ਚੰਗੀ ਗੱਲ ਇਤਿਹਾਸਕ ਪੰਨਿਆਂ ਤੇ ਨਹੀਂ ਲਿਖੀ ਗਈ, ਜਿਹਦਾ ਕਾਰਨ ਕਿ ਇਹ ਕਮਜ਼ੋਰੀਆਂ ਬਣ ਕੇ ਆਖਰਕਾਰ ਸਾਡੀ ਬਰਬਾਦੀ ਦਾ ਮੁੱਢ ਬਣਦਾ ਗਿਆ। ਅਗਲੀ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ, ਇੱਕ ਬਦਕਿਸਮਤੀ ਇਹ ਹੋਈ ਉਹਨਾਂ ਸਮਿਆਂ ਦੇ ਅੰਦਰ ਗੁਰਬਾਣੀ ਦਾ ਅਤੇ ਇਤਿਹਾਸ ਦਾ ਉਤਨਾ ਵਿਸਥਾਰ ਨਹੀਂ ਅਸੀਂ ਕਰ ਸਕੇ ਜਿਤਨਾ ਸਾਨੂੰ ਕਰਨਾ ਚਾਹੀਦਾ ਸੀ।
ਇਹਨੇ ਵੀ ਸਾਡੇ ਅੰਦਰੂਨੀ ਪੱਖ ਵਿੱਚ ਕਮਜ਼ੋਰੀ ਰੱਖ ਦਿੱਤੀ। ਗੁਰਬਾਣੀ ਅਤੇ ਇਤਿਹਾਸ ਤੋਂ ਅਸੀਂ ਉਹ ਅਗਵਾਈ ਨਹੀਂ ਲੈ ਸਕੇ ਜੋ ਸਾਨੂੰ ਲੈਣੀ ਚਾਹੀਦੀ ਸੀ। ਇਹਨੇ ਵੀ ਸਾਡਾ ਇੱਕ ਪੱਖ ਕਮਜ਼ੋਰ ਕੀਤਾ, ਜਿਹਦਾ ਕਾਰਨ ਕਿ ਅਸੀਂ ਇਸ ਗੱਲੋਂ ਸਖਣੇ ਹੋਣ ਕਰਕੇ, ਇਸ ਗੱਲ ਤੋਂ ਅਧੂਰੇ ਹੋਣ ਕਰਕੇ, ਜਿਵੇਂ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਚਾਹੁੰਦਾ, ਗੁਰਬਾਣੀ ਪੜ੍ਹੀ ਹੁੰਦੀ ਤੇ ਸਾਨੂੰ ਪਤਾ ਹੁੰਦਾ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੂਝੀ ਹੈ, ਅਕਲੀ ਕੀਜੇ ਦਾਨ। ਉਸ ਵੇਲੇ ਦਰਬਾਰ ਸਾਹਿਬ ਦਾ ਨਾਂ ਲੈ ਕੇ ਤੇ ਥੋੜਾ ਬਹੁਤਾ ਪੈਸਾ ਇਸ ਪਾਸੇ ਲਾਉਣਾ, ਬਾਕੀ ਉਸ ਵੇਲੇ ਦਾ ਖਜ਼ਾਨਾ ਮੰਤਰੀ ਦੀਨਾਨਾਥ ਉਹ ਰੱਜ ਕੇ ਬਾਕੀ ਪੈਸਾ ਜਿਹੜਾ ਹਿੰਦੂ ਮੰਦਿਰਾਂ ਦੇ ਉੱਤੇ ਜਾਂ ਬਾਕੀ ਥਾਵਾਂ ਦੇ ਉੱਤੇ ਖਰਚਿਆ ਜਾਂਦਾ ਸੀ। ਇਹਨੂੰ ਆਪਾਂ ਫਰਾਖ ਦਿਲੀ ਦਾ ਨਾਂ ਨਹੀਂ ਦੇ ਸਕਦੇ, ਬਲਕਿ ਇਹ ਇੱਕ ਬੇਸਮਝੀ ਵਿੱਚ ਖਰਚਿਆ ਹੋਇਆ ਪੈਸਾ ਹੀ ਕਹਿ ਸਕਦੇ ਹਾਂ। ਉਹੀ ਪੈਸਾ ਕਿਤੇ ਆਪਣੇ ਇਸ ਵਿਰਸੇ ਨੂੰ ਪ੍ਰਚਾਰਨ ਤੇ ਲਾਉਂਦੇ ਕਿੰਨਾ ਚੰਗਾ ਸੀ। ਉਦੋਂ ਗੋਰਿਆਂ ਨਾਲ ਮੀਟਿੰਗਾਂ ਹੁੰਦੀਆਂ ਸਨ, ਕਿੰਨਾ ਚੰਗਾ ਸੀ। ਉਦੋਂ ਬਾਕੀ ਧਰਮਾਂ ਵਾਲੇ ਲੋਕ ਵੀ ਆਉਂਦੇ ਸਨ ਤੇ ਉਹਨਾਂ ਨੂੰ ਕਿੰਨਾ ਚੰਗਾ ਹੁੰਦਾ ਇਸ ਗੁਰਬਾਣੀ ਦੀ ਵਿਚਾਰ ਦੇ ਨਾਲ ਜੋੜਦੇ। ਇਹਦਾ ਅੱਗੇ ਜਾ ਕੇ ਆਪਾਂ ਇਤਿਹਾਸਕ ਪੰਨਿਆਂ ਵਿੱਚੋਂ ਫਿਰ ਦੁਬਾਰੇ ਦੇਖਣ ਦੀ ਕੋਸ਼ਿਸ਼ ਕਰਾਂਗੇ। ਕਰੀਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 80 ਲੱਖ ਤੋਂ ਲੈ ਕੇ 1 ਕਰੋੜ ਦੇ ਨੇੜੇ ਦੀ ਆਬਾਦੀ ਰਹਿ ਜਾਂਦੀ ਹੈ। ਇਤਨੀ ਆਬਾਦੀ ਦੇ ਵਿੱਚੋਂ ਜਦੋਂ ਇਹ ਰਾਜ ਪਾਕ ਖਤਮ ਹੁੰਦਾ ਹੈ ਤੇ ਹੈਰਾਨੀ ਦੀ ਗੱਲ ਹੈ, ਉਦੋਂ ਲੋਕ ਕਰੀਬ ਕਰੀਬ ਬੇਅੰਤ ਇਹੋ ਜਿਹੇ ਲੋਕ ਸਨ ਜਿਹੜੇ ਉਹ ਸਿੱਖੀ ਦੀ ਇਸ ਵਿਚਾਰਧਾਰਾ ਨੂੰ ਛੱਡ ਕੇ ਆਪਣੇ ਆਪਣੇ ਰਸਤਿਆਂ ਤੇ ਤੁਰ ਗਏ। ਕੁਝ ਕੁ ਦੀ ਆਬਾਦੀ 11 ਕੁ ਲੱਖ ਦੇ ਨੇੜੇ ਦੀ ਆਬਾਦੀ ਰਹਿ ਜਾਂਦੀ ਹੈ, ਕਿਉਂਕਿ ਉਹਦਾ ਕਾਰਨ ਹੈ ਇਹ ਲੋਕਾਂ ਨੇ ਇਸ ਜਿਹੜਾ ਬਾਣਾ ਪਾਇਆ ਸੀ ਜਾਂ ਸਿੱਖੀ ਦੀ ਖਿਦਮਤ ਵਿੱਚ ਆਏ ਸਨ, ਇਹ ਕੇਵਲ ਆਪਣੇ ਰੁਜ਼ਗਾਰ ਲਈ ਆਏ ਸਨ। ਇਹਨਾਂ ਨੂੰ ਸਿੱਖੀ ਨਾਲ ਮੁਹੱਬਤ, ਸਿੱਖੀ ਨਾਲ ਪ੍ਰੇਮ, ਸਿੱਖੀ ਦੇ ਫਲਸਫੇ ਤੋਂ ਅਸੀਂ ਜਾਣੂ ਨਹੀਂ ਕਰਵਾ ਸਕੇ। ਗੁਰਬਾਣੀ ਦਾ ਪੱਖ, ਇਤਿਹਾਸਕ ਪੱਖ ਅਸੀਂ ਬਾਹਰ ਪ੍ਰਚਾਰ ਕਰਨ ਵਿੱਚ ਬਹੁਤ ਵੱਡੀ ਕਮੀ ਰੱਖ ਲਈ, ਜਿਹਦਾ ਕਾਰਨ ਕੀ ਹੈ? ਉਹਨਾਂ ਨੇ ਇਮਾਨਦਾਰੀ ਨਾਲ ਸਿੱਖੀ ਨੂੰ ਘੋਖਿਆ ਨਹੀਂ ਸੀ। ਅਗਲੀ ਗੱਲ ਹੋਰ ਕਰਨੀ ਚਾਹੁੰਦਾ, ਵਕਤ ਨੇ ਕਰਵਟ ਖਾਧੀ। ਅਸੀਂ ਆਮ ਕਰਕੇ ਸਤਿਗੁਰੂ ਜੀ ਨੇ ਜਾਂ ਕੌਮਾਂ ਦੇ ਜਿਉਂਦੇ ਰਹਿਣ ਵਾਸਤੇ 3 ਗੱਲਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਜੀਵਨ ਵਿੱਚ। ਇੱਕ ਹਥਿਆਰ, ਦੂਜੀ ਵਿਚਾਰ, ਤੀਜਾ ਪ੍ਰਚਾਰ। ਬਦਕਿਸਮਤੀ ਜਦੋਂ ਲੋੜ ਪਈ ਅਸੀਂ ਹਥਿਆਰਾਂ ਦੀ ਜੰਗ ਰੱਜ ਕੇ ਲੜੀ ਤੇ ਜਿੱਤੇ ਵੀ, ਪਰ ਵਕਤ ਆਇਆ ਜਦੋਂ ਵਿਚਾਰ ਦੀ ਜੰਗ ਆਈ ਤੇ ਸਾਡੇ ਕੋਲੋਂ ਵਿਚਾਰ ਦਾ ਪੱਖ ਇਤਨਾ ਕਮਜ਼ੋਰ ਹੈ, ਜਦ ਕਿ ਗੁਰਬਾਣੀ ਦਾ ਇੱਕ ਇੱਕ ਅੰਮ੍ਰਿਤਮਈ ਬਚਨ ਸਾਨੂੰ ਵਿਚਾਰ ਦੇ ਨਾਲ ਮਾਲਾ ਮਾਲ ਕਰਦਾ ਹੈ। ਜਿਹੜੀ ਕੌਮ ਦਾ ਅੰਮ੍ਰਿਤ ਵੇਲਾ ਵਿਚਾਰ ਤੋਂ ਸ਼ੁਰੂ ਹੁੰਦਾ ਹੋਵੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਿਹੜੇ ਗੁਰੂ ਦੇ ਦਰਸ਼ਨ ਵੀ ਵਿਚਾਰ ਵਿੱਚੋਂ ਹੁੰਦੇ ਹੋਵਣ, ਉਹਦੇ ਦਰਸ਼ਨ ਵੀ ਦੇਹ ਰੂਪ ਵਿੱਚ ਨਹੀਂ ਹੈ। ਜੈਸਾ ਜਿਵੇਂ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਕੇ ਇਹ ਗੱਲ ਸਮਝਣਾ ਹੈ, ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੀ ਜਿੱਤੇ ਸ਼ਬਦ ਨਾ ਕਰੇ ਵਿਚਾਰ। ਜਿਹੜੇ ਸਿੱਖ ਦਾ ਅੰਮ੍ਰਿਤ ਵੇਲਾ ਵਿਚਾਰ ਤੋਂ ਸ਼ੁਰੂ ਹੁੰਦਾ ਹੈ, ਜਿਹੜੇ ਸਿੱਖ ਦੇ ਗੁਰੂ ਦੇ ਦਰਸ਼ਨ ਵੀ ਵਿਚਾਰ ਵਿੱਚੋਂ ਹੁੰਦੇ ਨੇ, ਜਿਹੜੇ ਸਿੱਖ ਨੂੰ ਜੀਵਨ ਜਿਉਣ ਲਈ ਵੀ ਸਤਿਗੁਰੂ ਵਿਚਾਰ ਕਰਨ ਲਈ ਭੇਜਦੇ ਨੇ, ਉਦੋਂ ਹਰ ਵਕਤ ਆਖਦੇ ਨੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਜਦੋਂ ਵਿਵੇਕੀਆਂ ਨੂੰ, ਸਿਆਣੇ ਬੰਦਿਆਂ ਨੂੰ, ਦਾਨੇ ਲੋਕਾਂ ਦੇ ਕੋਲੋਂ ਪੁੱਛ ਕੇ ਵੇਖੋ। ਮੈਂ ਆਪਣਾ ਗੁਰ ਪੂਛ ਦੇਖਿਆ, ਗੱਲ ਗੱਲ ਤੇ ਸਾਨੂੰ ਵਿਚਾਰ ਨਾਲ ਜੋੜਿਆ ਗਿਆ ਸੀ, ਪਰ ਅਸੀਂ ਉਨੇ ਹੀ ਵਿਚਾਰ ਦੇ ਪੱਖੋਂ ਇਤਨੇ ਕਮਜ਼ੋਰ ਹੋ ਗਏ ਜਿਤਨੇ ਅਸੀਂ ਹਥਿਆਰ ਪੱਖੋਂ ਬਲਵਾਨ ਸਾਂ, ਉਤਨੇ ਅਸੀਂ ਵਿਚਾਰ ਪੱਖੋਂ ਕਮਜ਼ੋਰ ਸਾਂ। ਜਦੋਂ ਕਦੇ ਵਿਚਾਰ ਕਰਨ ਦੀ ਗੱਲ ਆਉਂਦੀ ਸੀ, ਅਸੀਂ ਵਿਚਾਰ ਨੂੰ ਤਕਰਾਰ ਵਿੱਚ ਤਾਂ ਬਦਲਦੇ ਰਹੇ ਹਾਂ, ਵਿਚਾਰ ਨੂੰ ਕਦੇ ਨਤੀਜਿਆਂ ਤੇ ਨਹੀਂ ਲੈ ਕੇ ਗਏ। ਅਜੋਕੇ ਸਮੇਂ ਦਾ ਸਾਡਾ ਅੱਜ ਤੱਕ ਇਹ ਦੁਖਾਂਤ ਉਵੇਂ ਦਾ ਉਵੇਂ ਚੱਲਿਆ ਆ ਰਿਹਾ ਹੈ। ਅੱਜ ਅਸੀਂ ਵਿਚਾਰ ਕਰਨ ਬੈਠਦੇ ਹਾਂ ਪਰ ਤਕਰਾਰ ਕਰਕੇ ਉੱਠ ਜਾਂਦੇ ਹਾਂ। ਇੱਕ ਗੁਰਦੁਆਰਾ ਸਾਹਿਬ ਖੋਲ੍ਹਦੇ ਹਾਂ, ਉਹਦੇ ਵਿੱਚੋਂ ਦੂਜਾ ਗੁਰਦੁਆਰਾ ਪੈਦਾ ਕਰਕੇ ਉੱਠ ਜਾਂਦੇ ਹਾਂ। ਆਪਣੀ ਕੌਮ ਦੀ ਤਰੱਕੀ ਲਈ ਕਦੇ ਨਹੀਂ ਸੋਚਦੇ, ਕਦੇ ਨਹੀਂ ਵਿਚਾਰਦੇ। ਅਸੀਂ ਜਿਤਨਾ ਵੀ ਮਾਰ ਖਾਧੀ ਹੈ ਉਹ ਵਿਚਾਰ ਦੇ ਪੱਖੋਂ ਖਾਧੀ ਹੈ। ਤੀਜਾ ਪੱਖ ਸੀ ਪ੍ਰਚਾਰ।
चलो जदों विचार असीं नहीं पढ़ी ते असीं अगे प्रचार भी की करना सी। ये तीजा पक्ष भी साडा कमजोर है, असीं प्रचार नहीं कर सके। असीं इस गल्लों बहुत वड्डी कमजोरी दे शिकार होए हैं, जिहदा कारण की बनिया, कदे राज सी साडा ते इट्टां दा नाम भी राज नाल जोड़िया जांदा सी। याद रखियो जे लोक नानकशाही इट्टां कह के सत्कार करदे सन। जदों राज सी साडा उदों मोहरां चलदियां सन साडे नाम दियां। जदों राज सी गुरु नानक साहब जी दे पवित्र सिद्धांत दा, उदों लोक ਉਹ ਜਿਹੜੀਆਂ ਸਿੱਕੇ ਵੀ ਉਸ ਦੇ ਨਾਮ ਦੇ ਚੱਲਦੇ ਸਨ, ਇੱਟਾਂ ਵੀ ਲੋਕ ਉਹਦੇ ਨਾਮ ਦੀਆਂ ਯਾਦ ਕਰਦੇ ਸਨ। ਅੱਜ ਤੱਕ ਉਹ ਨਾਨਕਸ਼ਾਹੀ ਇੱਟਾਂ ਕਿਹਾ ਜਾਂਦਾ ਹੈ। ਬਦਕਿਸਮਤੀ ਸਾਡਾ ਰਾਜ ਚਲਾ ਗਿਆ। ਉਹਨਾਂ ਗੋਰਿਆਂ ਦੇ ਲਾਹੌਰ ਦਰਬਾਰ ਵਿੱਚ ਖਾਲਸਾਈ ਨਿਸ਼ਾਨ ਨੂੰ ਲਾ ਕੇ ਉਸ ਕੰਪਨੀ ਦੇ ਨਿਸ਼ਾਨ ਝੁੱਲ ਗਏ, ਸਿੱਕੇ ਬੰਦ ਹੋ ਗਏ, ਕੰਪਨੀ ਦੇ ਸਿੱਕੇ ਚੱਲ ਗਏ, ਨਾਨਕਸ਼ਾਹੀ ਇੱਟਾਂ ਬੰਦ ਹੋ ਗਈਆਂ ਤੇ ਉਹਨਾਂ ਲੋਕਾਂ ਦੀਆਂ ਆਪਣੀਆਂ ਗੱਲਾਂ ਚੱਲ ਪਈਆਂ। ਇਤਿਹਾਸਕ ਇਹ ਸਾਡੇ ਜੀਵਨ ਦੀਆਂ ਕਮਜ਼ੋਰੀਆਂ ਦੇ ਪੱਖ ਨੇ ਜਿਹੜੇ ਸਾਨੂੰ ਵਿਚਾਰ ਕਰਨੇ ਚਾਹੀਦੇ ਨੇ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਚੰਗੀ ਅਗਵਾਈ ਲੈ ਸਕੀਏ। ਵੈਸੇ ਅੱਜ ਤੱਕ ਦਾ ਇਤਿਹਾਸ ਤੇ ਸਾਨੂੰ ਇਹੋ ਦੱਸਦਾ ਹੈ ਵੀ ਅਸੀਂ ਹਜੇ ਵੀ ਆਪਣੀ ਵਿਚਾਰ ਨੂੰ ਕਮਜ਼ੋਰ ਕਰਕੇ, ਕੇਵਲ ਧੋਖੇ ਖਾ ਕੇ, ਕੇਵਲ ਮਾਰ ਖਾ ਕੇ, ਕੇਵਲ ਆਪਣਾ ਆਪਾ ਗਵਾ ਕੇ ਹੀ ਦੁੱਖ ਪਾਉਂਦੇ ਰਹੇ ਹਾਂ। ਹਾਲੇ ਤੱਕ ਸਾਡੇ ਇਤਿਹਾਸ ਨੇ ਮੋੜ ਨਹੀਂ ਖਾਧਾ ਭਈ ਅਸੀਂ ਚੰਗਲੇਰੇ ਪਾਸੇ, ਚੰਗੇ ਵਾਲੇ ਪਾਸੇ, ਉੱਤਮਤਾਈ ਦੇ ਵਾਲੇ ਪਾਸੇ, ਸਫਲਤਾ ਪਾਸੇ ਆਪਣੇ ਕਦਮ ਵਧਾਏ ਹੋਵਣ। ਗੁਰੂ ਕਿਰਪਾ ਕਰੇ ਅਸੀਂ ਇਤਿਹਾਸ ਤੋਂ ਸਿੱਖ ਸਕੀਏ। ਹਰ ਰੋਜ਼ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ, ਅੱਗੇ ਗੋਰਿਆਂ ਨੇ ਵਿਚਾਰ ਦੇ ਪੱਖ ਕਿਤਨੇ ਕੁ ਜ਼ਿਆਦਾ ਬਲਵਾਨ ਕਰ ਦਿੱਤੇ ਤੇ ਸਾਡੇ ਪੱਖ ਕਿਤਨੇ ਕਮਜ਼ੋਰ ਹੋ ਗਏ। ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਣੀ ਹੈ। ਘੱਟ ਤੋਂ ਘੱਟ ਵੀ 6-7 ਨੁਕਤੇ ਇਹੋ ਜਿਹੇ ਨੇ ਜਿਹੜੇ ਵਿਚਾਰਨ ਦੀ ਲੋੜ ਹੈ। ਜਿਵੇਂ ਗੁਰਦੁਆਰੇ ਨਿਰਮਲਿਆਂ ਦੇ ਅਧੀਨ ਹੋ ਜਾਣੇ ਨੇ, ਈਸਾਈ ਧਰਮ ਦਾ ਪ੍ਰਚਾਰ ਉਹਨਾਂ ਨੇ ਸ਼ੁਰੂ ਕਰ ਦੇਣਾ। ਨਕਲੀ ਕੁਝ ਲਹਿਰਾਂ ਪੈਦਾ ਹੁੰਦੀਆਂ ਨੇ, ਜਿਵੇਂ ਨਿਰੰਕਾਰੀ ਲਹਿਰ, ਕੂਕਾ ਲਹਿਰ, ਇਹਦੀ ਵੀ ਵਿਚਾਰ ਕਰਨੀ ਹੈ। ਤੇ ਜਿਹੜਾ ਹੁਣ ਤੱਕ ਇੱਕ ਬੜਾ ਵੱਡਾ ਮਹਾਨ ਵਿਰਸਾ ਸੀ ਸਾਡੇ ਕੋਲ, ਭਾਈ ਜਾਂ ਬਾਬਾ, ਇਹ ਦੋ ਸ਼ਬਦਾਂ ਨਾਲ ਸਿੱਖ ਜਗਤ ਵਿੱਚ ਸਤਿਕਾਰ ਦਿੱਤਾ ਜਾਂਦਾ ਸੀ। ਇਹ ਵੀ ਇਹਨਾਂ ਗੋਰਿਆਂ ਦੇ ਵੇਲੇ ਸੰਤ ਸ਼ਬਦ ਸ਼ੁਰੂ ਹੋਣਾ ਹੈ ਤੇ ਉਸ ਤੋਂ ਅੱਗੇ ਉਹ ਸੰਤਤਾਈ ਦਾ ਸੰਤਾਪ ਅਸੀਂ ਕਿੰਨਾ ਕੁ ਭੋਗ ਰਹੇ ਹਾਂ, ਇਹ ਵੀ ਆਉਣ ਵਾਲੇ ਪੰਨਿਆਂ ਦੇ ਵਿੱਚ ਸਾਂਝੇ ਕਰਾਂਗਾ। ਇਤਿਹਾਸਕ ਸਮੱਗਰੀ ਉਹਦੇ ਵਿੱਚ ਬੇਅੰਤ ਇਤਿਹਾਸ ਵਿੱਚ ਰਲੇ ਪਾਏ ਜਾਣੇ ਨੇ, ਇਹ ਵੀ ਆਪਾਂ ਇਹਨਾਂ ਦਿਨਾਂ ਦੇ ਵਿੱਚ ਵਿਚਾਰ ਕਰਨੀ ਹੈ। ਤੇ ਅਗਲੀ ਗੱਲ ਜਿਹੜੀ ਉਹ ਇਹ ਸੀ ਵੀ ਗੋਰਿਆਂ ਨੇ ਇੱਕ ਤਰੱਕੀ ਦਾ ਪਰਦਾ ਪਾ ਕੇ ਤੇ ਆਖਰਕਾਰ ਸਾਡੇ ਹੋਏ ਜ਼ਖਮਾਂ ਤੇ, ਨਾ ਤਾਪ ਝੱਲਣ ਵਾਲੇ ਜ਼ਖਮਾਂ ਦੇ ਉੱਤੇ ਤਰੱਕੀ ਦੇ ਪਰਦੇ ਦੀ ਮੱਲਮ ਲਾ ਕੇ ਤੇ ਸਾਨੂੰ ਸ਼ਾਂਤ ਕਰ ਦਿੱਤਾ ਸੀ। ਤੇ ਇਤਿਹਾਸਕ ਇਹ ਵਿਚਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਿਚਾਰਾਂਗੇ। ਭੁੱਲਾਂ ਚੁੱਕਾਂ ਨਾ ਚਤਾਰਨਾ, ਅਸੀਸ ਦੇਣਾ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।